relation between linear velocity and angular velocity. ਲੀਨੀਅਰ ਔਰ ਐਂਗੂਲਰ ਵੈਲੋਸਿਟੀ ਦਾ ਆਪਸ ਦੇ ਵਿੱਚ ਮੈਂ ਕੋ ਰਿਲੇਸ਼ਨ ਕੀ ਲੀਨੀਅਰ ਵੈਲੋਸਿਟੀ ਵੀ ਆ ਗਈ ਐਂਗੂਲਰ ਵੈਲੋਸਿਟੀ ਓਮੇਗਾ ਤੇ ਪੁੱਤ ਇਸੇ ਫਿਗਰ ਦੇ ਵਿੱਚ ਆਪਾਂ ਫਿਰ ਕੰਡੀਸ਼ਨ ਉਹੀ ਲੈ ਕੇ ਚੱਲਦੇ ਜਿੱਥੋਂ ਗੱਲ ਸ਼ੁਰੂ ਕੀਤੀ ਸੀਗੀ ਕਿ ਜਦੋਂ ਸਮਾਲ ਐਂਗਲ ਹੋਏਗਾ ਮਤਲਬ ਜਦੋਂ ਸਮਾਲ ਟਾਈਮ ਇੰਟਰਵਲ ਰੱਖਾਂਗਾ ਤੇ ਉਸ ਸਮਾਲ ਟਾਈਮ ਇੰਟਰਵਲ ਦੇ ਅੰਦਰ ਆ ਜਿਹੜੀ ਫਿਗਰ ਹੈਗੀ ਆ ਇਹ ਇੰਨੀ ਵੱਡੀ ਆਰਕ ਨਹੀਂ ਬਣਾਏਗੀ in that case मेरी आर्क लेंथ ਜਿਹੜੀ ਹੋਏਗੀ ਜੇ ਮੈਂ ਆ ਕਹਾਂਗੀ ਕਿ ਮੇਰੇ ਕੋਲ ਇਸ ਮੂਮੈਂਟ ਤੇ ਸਿਰਫ ਇੰਨੀ ਪੋਜੀਸ਼ਨ ਦੇ ਅੰਦਰ ਚੇਂਜ ਆ ਪਾਰਟੀਕਲ A ਤੋਂ B ਇੱਥੇ ਤੱਕ ਸਿਰਫ ਟਰੈਵਲ ਕਰਦਾ ਪਿਆ ਤੇ ਇਸ ਸਮਾਲ ਟਾਈਮ ਗੈਪ ਦੇ ਅੰਦਰ ਆ ਜਿਹੜੀ ਆਰਕ ਹੋਏਗੀ that is the taken view of the straight line ਸਿਰਫ ਇੱਕ ਲਾਈਨ ਦੱਸਣ ਲੱਗਿਆ ਕਿ ਵੀ ਲੀਨੀਅਰ ਵੈਲੋਸਿਟੀ ਵਰਡ ਕਿੱਥੋਂ ਆ ਗਿਆ ਜਦੋਂ ਸਰਕਲ ਜਪਾ ਚੱਲਦੇ ਪਏ ਤੇ ਬੇਸਿਕਲੀ ਵੀ ਡਿਫਾਈਨ ਕਿ ਸਰਕਲ ਇਜ਼ ਮੇਡ ਅਪ ਆਫ ਦਾ ਲਾਰਜ ਨੰਬਰ ਆਫ ਦਾ ਕਹਿੰਦਾ ਜੀ ਸਟ੍ਰੇਟ ਲਾਈਨ ਪਾਥ ਇਹਨਾਂ ਜਿਹਨੂੰ ਅਸੀਂ ਸਰਕਲ ਕਹਿੰਦੇ ਪਏ ਉਹ ਕਹਿੰਦਾ ਬੇਸਿਕਲੀ ਸਰਕਲ ਵੀ ਆਪਣੇ ਆਪ ਚ ਕਈ ਸਾਰੇ ਸਟ੍ਰੇਟ ਲਾਈਨ ਪਾਥ ਨੂੰ ਜੁਆਇਨ ਕਰਕੇ ਬਣਦਾ ਹੈ ਤੇ ਜਦੋਂ ਮੈਂ ਪੂਰੇ ਸਰਕਲ ਦੇ ਅਕ੍ਰੋਸ ਸਿਰਫ ਇੰਨਾ ਸਟ੍ਰੇਟ ਪਾਥ ਕੰਸੀਡਰ ਕਰਾਂ ਕਿ ਵੀ ਬਾਡੀ ਨੇ ਐਸਾ ਚ ਸੈਂਟਰ ਇੱਥੋਂ ਲੈ ਕੇ ਇੱਥੇ ਤੱਕ ਸਿਰਫ ਮੂਵ ਕੀਤਾ ਤੇ ਪੁੱਤ ਇੰਨੇ ਪੋਰਸ਼ਨ ਦੇ ਅੰਦਰ which is the part of the circle ठीक है of this only this small segment which is the part of the circle ਇੰਨੇ ਪੋਰਸ਼ਨ ਦੇ ਅੰਦਰ ਬਾਡੀ ਦੀ ਉਸ ਸਟ੍ਰੇਟ ਪਾਥ ਤੇ ਜਿਹੜੀ ਵੈਲੋਸਿਟੀ ਆ ਉਹ ਲੀਨੀਅਰ ਵੈਲੋਸਿਟੀ ਹੋ यस सर ਸਮਝ ਲੱਗੀ ਜਦੋਂ ਬੱਚੇ ਆਪਾਂ ਐਸਾ ਚ ਕੰਡੀਸ਼ਨ ਇਹ ਲਗਾ ਰਹੇ ਕਿ ਵੀ ਆਪਣੀ ਐਂਗੂਲਰ ਡਿਸਪਲੇਸਮੈਂਟ ਸਮਾਲ ਐਂਗਲ ਅਸੀਂ ਕੰਸੀਡਰ ਕਰ ਰਹੇ ਆ ਤੇ ਫਿਰ ਉਹ ਸਮਾਲ ਐਂਗਲ ਨੂੰ ਟ੍ਰੇਸ ਕਰਨ ਲੱਗੇ ਉਸ ਸਮਾਲ ਐਂਗਲ ਨੂੰ ਕਵਰ ਕਰਨ ਲੱਗੇ ਜਿਹੜਾ ਪਾਰਟੀਕਲ ਦਾ ਪਾਥ ਆ ਉਹ ਆਲਮੋਸਟ ਆਪਣੇ ਆਪ ਚ ਇੱਕ ਸਟ੍ਰੇਟ ਪਾਥ ਕੰਸੀਡਰ ਹੋਊਗਾ ਤੇ ਜੇ ਉਹ ਸਟ੍ਰੇਟ ਪਾਥ ਕੰਸੀਡਰ ਹੋ ਰਿਹਾ ਤੇ ਫਿਰ ਇਸ ਸਟ੍ਰੇਟ ਪਾਥ ਤੇ ਜਿਹੜੀ ਉਹਦੀ ਵੈਲੋਸਿਟੀ ਹੋਏਗੀ ਦੈਟਸ ਕਾਲਡ ਦਾ ਕਹਿੰਦਾ ਜੀ ਲੀਨੀਅਰ ਵੈਲੋਸਿਟੀ ਤੇ ਜੇ ਮੈਂ ਔਨ ਦਾ ਹੋਲ ਪੂਰੀ ਬਾਡੀ ਦੀ ਇਸੇ ਵੇ ਨਾ ਆ ਸਮਾਲ ਪਾਰਟ ਚ ਮੋਸ਼ਨ ਕੰਸੀਡਰ ਕਰਾਂ ਫਿਰ ਇਹਦੇ ਸਮਾਲ ਪਾਰਟ ਚ ਕੰਸੀਡਰ ਕਰਾਂ ਫਿਰ ਇਹਦੇ ਸਮਾਲ ਪਾਰਟ ਅਲਟੀਮੇਟ ਜੇ ਇਦਾਂ ਦੇ ਸਾਰੇ ਸਮਾਲ ਪਾਰਟ ਕੰਬਾਈਨ ਕਰ ਲਵਾਂ ਤੇ ਔਨ ਦਾ ਹੋਲ ਪਾਰਟੀਕਲ ਦੀ ਮੋਸ਼ਨ ਜਿਹੜੀ ਆ ਉਹ ਇੱਕ ਸਰਕਲ ਤੇ ਕੰਸੀਡਰ ਹੋ ਜੂ यस सर ਮੈਂ ਕਿਹਾ ਕਿ ਵੀ ਉਸ ਇਨਸਟੈਂਟ ਦੇ ਉੱਤੇ ਉਸ ਸਮਾਲ ਟਾਈਮ ਗੈਪ ਦੇ ਅੰਦਰ ਉਹਦੀ ਲੀਨੀਅਰ ਵੈਲੋਸਿਟੀ ਤੇ ਉਹਦੀ ਐਂਗੂਲਰ ਦਾ ਰਿਲੇਸ਼ਨ ਕੀ ਹੁਣ ਮੈਥਮੈਟਿਕਲੀ ਜਦੋਂ ਤੁਸੀਂ ਇਸ ਰਿਲੇਸ਼ਨ ਨੂੰ ਟਰਾਈ ਕਰਨਾ ਇੱਕ ਚੀਜ਼ ਬਾਰ-ਬਾਰ ਕਹਿ ਰਿਹਾ ਪਿਛਲੇ ਟਾਪਿਕ ਚ ਵੀ ਗਿਆ ਸੀ ਆਪਾਂ ਥਿਉਰੀ ਲਿਖ ਨਹੀਂ ਰਹੇ ਪਰ ਪੇਪਰ ਦੇ ਅੰਦਰ ਤੁਸੀਂ ਦੋ ਲਾਈਨਾਂ ਚ ਮੈਥਮੈਟਿਕਲ ਕਵਰ ਕਰਨ ਤੋਂ ਪਹਿਲਾਂ ਉਹਦੇ ਥਿਉਰੀ ਚ ਵੇਰੀਏਬਲ ਡਿਫਾਈਨ ਕਰਨੇ ਜ਼ਰੂਰੀ ਹੋਣਗੇ consider a particle of mass m ठीक है जी which is moving on a circular path ठीक है with the linear velocity v ठीक है and the angle covered by the particle from a to b is taken to be delta theta ठीक है as shown in figure ਇਦਾਂ ਦੇ ਸੈਂਟੈਂਸ ਫਾਰਮੇਸ਼ਨ ਜ਼ਰੂਰੀ ਹੋਏਗੀ ਇਹ ਗੱਲ ਯਾਦ ਰੱਖਿਓ ਸਬਜੈਕਟਿਵ ਦਾ ਕੋਈ ਵੀ ਕੁਐਸਚਨ ਆ ਜਾਏ ਠੀਕ ਹੈ ਉਹਦੇ ਵਿੱਚ ਐਸ ਸੱਚ ਥਿਉਰੀ ਐਡ ਕਰਨੀ ਜ਼ਰੂਰੀ ਹੁੰਦੀ ਹੈ ਇਹ ਨਹੀਂ ਕਿ ਤੁਸੀਂ ਆਪਣੇ ਆਪ ਮੰਨੋ ਕਿ ਵੀ ਟੀਚਰ ਨੂੰ ਵੇਰੀਏਬਲ ਸਾਰੇ ਪਤਾ ਹੀ ਆ ਮੈਂ ਕਿਉਂ ਲੈ ਕੇ ਦੇਣੇ ਇਹ ਨਹੀਂ ਹੋਏਗਾ ਤੁਸੀਂ ਖੁਦ ਦੀ ਇਵੈਲੂਏਸ਼ਨ ਕਰਾਣੀ ਕਿ ਤੁਹਾਨੂੰ ਕਿਹੜੇ ਵੇਰੀਏਬਲ ਦਾ ਕੀ ਪਤਾ ਠੀਕ ਹੈ ਇਸ ਲਈ ਇਸ ਚੀਜ਼ ਦਾ ਦਿਮਾਗ 'ਚ ਰੱਖਿਓ ਵੇਰੀਏਬਲ ਡਿਫਾਈਨ ਕਰਨੇ ਜ਼ਰੂਰੀ ਹੁੰਦੇ ਸੋ ਉਹ ਇੱਥੇ ਆਪਾਂ ਡਿਫਾਈਨ ਨਹੀਂ ਕਰ ਰਹੇ ਥਿਉਰੀ ਲਿਖਣ 'ਚ ਟਾਈਮ ਨਾਲ ਨਹੀਂ ਲਗਾ ਰਿਹਾ ਬੇਟਾ ਠੀਕ ਹੈ ਪਰ ਤੁਸੀਂ ਪੇਪਰ 'ਚ ਥਿਉਰੀ ਜਾਂ ਪੇਪਰ 'ਚ ਜਦੋਂ ਟੈਸਟ ਵਿੱਚ ਇੱਕ ਕੁਐਸਚਨ ਪਾ ਦਵਾਂ ਜਾਂ ਪ੍ਰੋਜੈਕਟ ਐਲ ਵਾਲੀ ਡੈਰੀਵੇਸ਼ਨ ਪਾ ਦਾਂ ਵਿੱਚ ਜਿੱਥੇ ਜਿੰਨੀ ਥਿਉਰੀ ਰਿਕੁਆਇਰਡ ਆ ਉਹ ਜ਼ਰੂਰ ਲਿਖਣੀ ਹੈ ओके जी यस सर शुरू करें इस टॉपिक नु ਹੁਣ ਇਹ ਤੋਂ ਡਿਫਾਈਨ ਕਰ ਰਹੇ ਹਾਂ we know that angular velocity of the particle ठीक है ਜਿਹੜੇ ਦੋ ਵੇਰੀਏਬਲ ਨੂੰ ਰਿਲੇਟ ਕਰਨਾ ਉਹਨੂੰ ਡਿਫਾਈਨ ਕਰ ਰਹੇ ਹਾਂ angular velocity of a particle is given by angular velocity ਦਾ ਫਾਰਮੂਲਾ ਆਪਾਂ ਡਿਫਾਈਨ ਕੀਤਾ ਸੀ ਉਹਦੀ ਓਮੇਗਾ = ਡੈਲਟਾ ਥੀਟਾ ਬਾਈ ਡੈਲਟਾ ਟੀ ਠੀਕ ਹੈ ਇਹ ਤੋਂ ਡੈਲਟਾ ਥੀਟਾ ਦੀ ਵੈਲਿਊ ਕੱਢ ਲਓ ਆਪਾਂ ਨੂੰ ਲੋੜ ਰਹਿਣੀ ਹੈ ਜੀ डेल्टा थीटा आ जाएगा ओमेगा डेल्टा टी इक्वेशन 1 आ जाएगी क्लियर है ना यस सर जी और की करना गल दिमाग च रखियो ठीक है जी मतलब एक हुंदी क्रैमिंग कि भी ਆਪਾਂ ਕਿੱਦਾਂ ਬਣਾਣਾ ਤੇ ਉਹ ਕੋਟਾ ਵਾ ਕਿ ਵੀ ਐ ਸੱਚ ਸਾਰੇ ਸਟੈਪ ਲਿਖਣੇ ਆ ਦੂਜਾ ਸਿੰਪਲ ਜਿਹਾ ਮੈਥਡ ਇਹ ਹੈ ਕਿ ਤੁਸੀਂ ਡੈਲਟਾ ਥੀਟਾ ਦੇ ਦੋ ਫਾਰਮੂਲੇ ਇੰਟਰੋਡਿਊਸ ਕਰਨੇ ਇੱਕ ਡੈਲਟਾ ਥੀਟਾ ਆਪਾਂ ਓਮੇਗਾ ਦੀ ਫਾਰਮ ਚ ਡਿਫਾਈਨ ਕਰ ਲਿਆ ਇੱਕ ਡੈਲਟਾ ਥੀਟਾ ਫਿਗਰ ਤੋਂ ਡਿਫਾਈਨ ਕਰ ਦਾਂਗੇ
फिगर के अकॉर्डिंगली डेल्टा थीटा यानी एंगल दी स्टैंडर्ड डेफिनेशन दे दो। एंगल दी डेफिनेशन होती आर्क बाय रेडियस, ठीक है। तो जे मैं आर्क दी लेंथ नु डेल्टा एल मान लवां, सर्कल दा रेडियस मेरा आर ही आ, ते उस फिगर तो जे डिफाइन करिए आल्सो फ्रॉम फिगर, ठीक है जी, डेल्टा थीटा इज डिफाइंड टू बी द एंगल दी स्टैंडर्ड डेफिनेशन है आर्क बाय रेडियस। आर्क दी थां ते डेल्टा एल और रेडियस मेरा कहना जी आर आ गया। क्लियर है? Yes, sir. Yes, sir. दोनों चीज़ां ਜਿਹੜੀਆਂ डेल्टा थीटा ਲਈ डिफाइंड है। सो अपने को आ जाएगा फ्रॉम 1 and 2, फ्रॉम 1 and 2 अपनी टर्म बन जाएगी डेल्टा एल बाय आर इक्वल टू ओमेगा डेल्टा टी, ठीक है। टर्म नु रीअरेंज कर लो एंड देन वी कैन राइट डेल्टा एल बाय डेल्टा टी इट शुड बी इक्वल टू ओमेगा इनटू आर, ठीक है। एक कंडीशन ते हुन ला दियो लास्ट आके टाइम इंटरवल दी कंडीशन। टाइम दी कंडीशन अपने को सीगी फॉर टाइम इंटरवल, for short time interval, for short interval of time इन कोई नंबर दे दो। equation 3 can be written as, जे वो तो शॉर्ट टाइम इंटरवल की कंडीशन लाइए, आवाज आ रही? Yes, sir. Yes, sir. एक्चुअली लाइट गई सी, मैं जब पूछना कि ना वो सिग्नल ब्रेक हो जाए। चलो फॉर शॉर्ट इंटरवल ऑफ टाइम जे यही इक्वेशन आप रीराइट करिए तो अपने को कंडीशन आ जाएगी लिमिट डेल्टा टी टेंड्स टू 0 डेल्टा एल बाय डेल्टा टी इट शुड बी इक्वल टू ओमेगा आर। क्लियर है जी? Yes, Yes, sir. sir. ठीक है। Yes, sir. इस सारी चीज नु आप ऐसे च बेटा डिफाइन करिए, but limit delta t tends to 0 delta l by delta t it should be written equal to dl by dt। अब कैसे जे होर स्मॉल चेंज कर दांगे ते अपन डेल्टा नु d च कन्वर्ट कर दांगे। Yes, sir. Sir. Yes, sir. ते आप तो जेडी मेरी टर्म बन गई dl by dt यानी स्मॉल डिस्टेंस ट्रैवल पर यूनिट टाइम, ते इनु अपन लीनियर वेलोसिटी d लिख सकते जी। आगे अपन Yes, sir. dx by dt Yes, sir. या dy by dt है ना, अपन डेल्टा l ना आर्क लेंथ दसी है, इसलिए dl by dt को अपन v डिफाइन कर देंगे। Yes, yes, sir. देयरफॉर अपना रिलेशन आ जाएगा v इक्वल टू ओमेगा r, यानी ये लीनियर वेलोसिटी ते एंगुलर वेलोसिटी दा रिलेशन बन जाना। क्या क्लियर है? Yes, sir. Yes, sir. किसी नु सिंगल स्टेप दा भी डाउट हैगा, ठीक है जी? जे नहीं कोई स्टेप क्लियर, ठीक है, तो जरूर बोलो एक बारी। No, sir. एक मिनट लिए रुकिया वा, जे किसी नु कोई स्टेप नहीं क्लियर तो एक बारी जरूर बोलो बच्चे। ग्राइमन क्लियर है? Yes, sir. दीक्षा, गुरलीन, Yes, sir. क्या इन्ना क्लियर है बेटा सारियां नु? बाय नेम नहीं मैं पूछ रहा। Yes, sir. जे Yes, किसी yes. भी स्टेप का डाउट है तो बोलो, जे क्लियर है फिर मेरा ना लगे वाला टॉपिक को कंटिन्यू करिए। Clear, sir. करें कंटिन्यू बेटा? Yes, sir. Yes, 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 sir. sir. ਇਹਦੇ ਨਾਲ ਹੀ ਪੁੱਤ ਇੱਕ ਛੋਟਾ ਟੌਪਿਕ ਹੋਰ ਬਣ ਜਾਣਾ ਸੇਮ ਇਸੇ ਪੈਟਰਨ ਤੇ ਆ, ਠੀਕ ਹੈ ਜੀ? ਇੱਥੇ ਉਹਨੂੰ ਕੰਪਲੀਟ ਕਰਨਾ ਹੈ। relation between linear and angular acceleration। linear acceleration ਤੇ angular acceleration ਦਾ relation, linear acceleration a ਨਾ ਆ ਗਈ, angular alpha ਨਾ ਆ ਗਈ। ਹੁਣ relation a और alpha ਦਾ ਬਣਾਉਣਾ ਆਪਾਂ, ਤੇ ਬੇਟਾ ਉਹਦਾ ਸਟਾਰਟ ਜਿਹੜਾ ਹੋਏਗਾ ਉਹ ਇਹੀ ਰਿਲੇਸ਼ਨ ਆ, ਠੀਕ ਹੈ ਜੀ? v equal to omega r। ਇੱਥੇ ਨੂੰ ਸ਼ੁਰੂ ਕਰ ਰਹੇ ਹਾਂ, ਸਿਰਫ ਦੋ ਲਾਈਨਾਂ ਦਾ ਰਿਲੇਸ਼ਨ ਹੈ। we know that v equal to omega r। ਤੇ ਜੇ ਮੈਂ ਲੀਨੀਅਰ ਐਕਸਲਰੇਸ਼ਨ ਲੈ ਕੇ ਆਣੀ, ਐਕਸਲਰੇਸ਼ਨ ਦਾ ਕੀ ਫਾਰਮੂਲਾ ਹੁੰਦਾ ਜੀ? Velocity over time. Delta V by delta t. ਡੈਲਟਾ v dv upon dt. dv upon dt। ਤੇ ਇਹਦਾ ਨਾਲ ਔਰ ਜੇ ਮੈਂ ਦੂਜੇ ਪਾਸੇ ਐਂਗੂਲਰ ਐਕਸਲਰੇਸ਼ਨ ਅਲਫਾ ਲੈ ਕੇ ਆਣੀ ਆ ਤਾਂ ਅਸੀਂ ਉਹਨੂੰ ਹੁਣੇ ਡਿਫਾਈਨ ਕੀਤਾ ਸੀ d omega by dt। ਤੇ ਮੈਨੂੰ ਇੱਕ ਚੀਜ਼ ਦਿਖਦੀ ਪਈ, ਜੇ ਮੈਂ dv by dt ਇੱਧਰ ਲਾ ਦਵਾਂ ਤੇ ਲੀਨੀਅਰ ਐਕਸਲਰੇਸ਼ਨ ਆ ਜਾਊ, ਜੇ d omega by dt ਇੱਥੇ ਬਣ ਜਾਵੇ ਤੇ ਐਂਗੂਲਰ ਐਕਸਲਰੇਸ਼ਨ ਆ ਜਾਊ। ਕੇਵਲ ਜੇ ਮੈਂ ਦੋਨੋਂ ਸਾਈਡ ਤੇ ਡਿਫਰੈਂਸ਼ੀਏਟ ਕਰ ਦਵਾਂ
यानी जे इस इक्वेशन नो इस इक्वेशन 1 नो दोनों साइड पे ਆਪਾਂ डिफरेंशिएट करिए डिफरेंशिएट इक्वेशन 1 विद रिस्पेक्ट टू टाइम Time. दोनों साइड टाइम ना इन्हों डिफरेंशिएट कर दो ते अपनी टर्म बन जाएगी d/dt ऑफ v इक्वल टू d/dt ऑफ ओमेगा r क्या स्टेप क्लियर है Yes, sir. Yes, sir. ਹੁਣ ਇਹਦੇ ਵਿੱਚੋਂ ਓਮੇਗਾ ਐਂਗੂਲਰ ਵੈਲੋਸਿਟੀ ਆ r ਸਰਕਲ ਦਾ ਰੇਡੀਅਸ ਆ ਬਾਡੀ ਸਰਕਲ ਤੇ ਜਦੋਂ ਮੂਵ ਕਰਦੀ ਵੀ ਰੇਡੀਅਸ ਨਹੀਂ ਚੇਂਜ ਹੋ ਰਿਹਾ ਇਹ ਮੈਂ ਰੇਡੀਅਸ ਕਾਂਸਟੈਂਟ ਹੈ ਤੇ ਕਾਂਸਟੈਂਟ ਡਿਫਰੈਂਸ਼ੀਏਸ਼ਨ ਤੋਂ ਬਾਹਰ ਆਜੂ ਟਰਮ ਆ ਗਈ ਆਪਣੀ d ਓਮੇਗਾ ਬਾਈ dt ਦਾ ਸਟੈਪ ਕਲੀਅਰ ਆ Yes, sir. ਹੁਣ ਇਹਨਾਂ ਦੋਨਾਂ Yes, sir. ਇੱਥੇ ਫਾਰਮੂਲਾ ਸਟੈਂਡਰਡ ਦੇ ਦਿਓ ਬਟ dv ਬਾਈ dt ਸਾਡੇ ਕੋਲ ਹੁੰਦਾ ਜੀ ਲੀਨੀਅਰ ਐਕਸਲਰੇਸ਼ਨ और d ओमेगा बाय dt सारे को होंगी एंगुलर एक्सेलरेशन तो देयरफॉर अपना रिलेशन आ जाएगा a इक्वल टू r अल्फा क्या रिलेशन क्लियर है Yes, sir. Yes, sir. लीनियर वेलोसिटी Yes, sir. लीनियर वेलोसिटी ਤੇ एंगुलर वेलोसिटी ਦਾ ਤੇ ਲੀਨੀਅਰ ਤੇ एंगुलर एक्सेलरेशन ਦਾ क्या दोनों रिलेशन सारिਆਂ ਨੂੰ क्लियर ਆ Yes, sir. ਕਿਸੇ ਸਿੰਗਲ ਨੂੰ ਵੀ ਕਿਸੇ ਸਟੈਪ ਦਾ ਡਾਊਟ ਹੈਗਾ ਤੇ ਇੱਕ ਵਾਰੀ ਪਹਿਲਾਂ ਬੋਲੋ ਆਪਾਂ ਨੂੰ ਕਾਲੀ ਕੋਈ ਨਹੀਂ ਕੋਈ ਸਟੈਪ ਨਹੀਂ ਸਮਝ ਲੱਗਿਆ ਤਾਂ ਇੱਕ ਵਾਰੀ ਜ਼ਰੂਰ ਬੋਲੋ सुवेश जी क्लियर है सारा सुवेश शर्मा जी क्लियर है सुवेश की आवाज ही नहीं आई समीर शर्मा जी क्लियर है Yes, sir. सक्षम स्नेहा Yes, sir. Sir. चलो करिए कंटिन्यू कहना क्लियर है Yes, sir. Yes, sir. चलो नेक्स्ट टॉपिक जेड़ा अपना बनना बच्चे ਹੁਣ ਜਿਹੜੀ ਟਰਮ ਆਪਾਂ ਸ਼ੁਰੂ ਚ ਲਿਖੀ ਸੀਗੀ ਉਸ ਦੀ ਗੱਲ ਕਰਨ ਲੱਗਿਆ ਬੇਟਾ ਠੀਕ ਹੈ ਟਰਮ ਆਪਣੀ ਸਟਾਰਟਿੰਗ ਸੀਗੀ ਯੂਨੀਫਾਰਮ ਸਰਕੂਲਰ ਮੋਸ਼ਨ ਹੁਣ ਇਸ ਟਰਮ ਤੇ ਆਈਏ ਤੇ ਇਸ ਟਰਮ ਦਾ मीनिंग ਕੱਢਦੇ ਆਪਣੇ ਕੋਲ ਕਰਨਾ ਜੀ ਐਸਐਚ ਕੀ ਬਣਦਾ ਹੈ व्हाट डू यू मीन बाय द टर्म यूनिफॉर्म मोशन की ਹੁੰਦੀ ਹੈ सचलीन सचलीन Same double of time is same distance to the हाँ जी बुद्ध सचलीन यूनिफॉर्म मोशन बेटा motion ਹੁੰਦੀ ਹੈ when a body Equal distance in equal time. equal in according to time ਓਏ ਨਿਆਣਿਓ ਸਚਲੀਨ ਨਾਮ ਇੱਕੋ ਹੀ ਕੁੜੀ ਦਾ ਵਾ ਇੰਨਿਆਂ ਦਾ ਨਾਮ ਥੋੜਾ ਸਚਲੀਨ ਆ ਉਹਨੂੰ ਬੋਲਣ ਦਿਓ पर जब हाँ, ये बच्चे। body same interval of time में same distance move कर रही हो that does And not what about the acceleration so ਜੇ ਪੁੱਤ ਬਾਡੀ ਮੇਰੇ ਕੋਲ ਐਸਾ ਚ ਯੂਨੀਫਾਰਮ ਮੋਸ਼ਨ ਚ ਹੋਏਗੀ ਤੇ ਉਹਦੀ ਐਕਸਲਰੇਸ਼ਨ ਕਿੰਨੀ ਹੁੰਦੀ ਆ zero sir ਫਿਰ ਤੂੰ yes sir ਬੋਲਣਾ। sir ਸਚਲੀਨ ਨੇ ਬੋਲਣਾ ਵਾ ਸਮੀਰ ਜੀ ਅਗਲੀ ਵਾਰੀ ਤੁਹਾਡੀ ਹੈ ਅਗਲਾ ਵਰਡ ਤੁਹਾਡੇ ਤੋਂ ਪੁੱਛਦੇ ਆ ਠੀਕ ਜਿਹੜੀ ਹੈ ਬਾਡੀ ਯੂਨੀਫਾਰਮ ਮੋਸ਼ਨ ਚ ਹੋਏਗੀ ਅਸੀਂ ਡਿਫਾਈਨ ਇਹ ਕਰਦੇ ਆ ਬਾਡੀ ਕਵਰ ਇਕੁਅਲ ਡਿਸਟੈਂਸ ਇਨ ਇਕੁਅਲ ਇੰਟਰਵਲ ਆਫ ਟਾਈਮ ਇਹਦਾ ਸਾਰੇ ਨੇ ਆਪਾਂ ਪੜਿਆ ਬੇਟਾ ਇਹਦਾ ਮਤਲਬ ਹੈ ਬਾਡੀ ਦੀ ਸਪੀਡ ਕਾਂਸਟੈਂਟ ਆ ਔਰ ਸਟ੍ਰੇਟ ਲਾਈਨ ਦੇ ਉੱਤੇ ਉਹਦੀ ਡਾਇਰੈਕਸ਼ਨ ਵੀ ਚੇਂਜ ਨਹੀਂ ਹੋ ਰਹੀ ਇਸ ਲਈ ਅਸੀਂ ਕਹਿੰਦੇ ਕਿ ਵੀ ਐਸ ਸੱਚ ਜਿਹੜੀ ਐਕਸਲਰੇਸ਼ਨ ਉਹ ਜ਼ੀਰੋ ਆ ਉਹਦਾ ਕਾਰਨ ਪੁੱਤ ਆਪਾਂ ਇਹ ਬਣਾ ਦਿੰਦੇ ਕਿ ਵੀ ਐਕਸਲਰੇਸ਼ਨ ਆਪਣੇ ਕੋਲ ਜੇ ਡਿਫਾਈਨ ਕਰੀਏ ਤਾਂ ਅਸੀਂ ਕਹਿੰਦੇ ਜੀ ਚੇਂਜ ਇਨ ਵੈਲੋਸਿਟੀ ਬਾਈ ਟਾਈਮ ਤੇ ਪੁੱਤ ਵੈਲੋਸਿਟੀ ਦੀ ਚੇਂਜ ਕਹਿੰਦਾ ਜੀ ਕਿਤੇ ਕਿਤੇ ਕਰਕੇ ਆ ਸਕਦਾ ਤਾਂ ਅਸੀਂ ਡਿਫਾਈਨ ਕਰਦੇ ਹਾਂ ਕਿ ਵੈਲੋਸਿਟੀ ਇਜ਼ ਦਾ ਕੰਬੀਨੇਸ਼ਨ ਆਫ ਟੂ ਥਿੰਗਸ ठीक है वेलोसिटी एज सच मेरे को बेसिकली स्पीड और डायरेक्शन यानी स्पीड प्लस डायरेक्शन का कांसेप्ट है ਇਹਦਾ ਮਤਲਬ ਜੇ ਵੈਲੋਸਿਟੀ ਚ ਚੇਂਜ ਆ ਤੇ ਆਈਦਰ देयर इज अ चेंज इन स्पीड
or there is a change in direction or both will change. ठीक है, तो जे ਅਸੀਂ यूनिफॉर्म मोशन लेके चलते पे तो यूनिफॉर्म मोशन अपने आप च स्ट्रेट लाइन मोशन ते स्ट्रेट लाइन ते जे बॉडी मेरी मूव करदी पई आ फ्रॉम ए टू बी और ए टू बी बॉडी मूव करदे होए ओदे ना तो स्पीड चेंज हो रही, मतलब बॉडी इक्वल डिस्टेंस इक्वल टाइम च कवर कर रही और स्ट्रेट लाइन तो दी डायरेक्शन भी नहीं चेंज हो रही, तो ਇਹਦਾ मतलब हो गया ना स्पीड ना डायरेक्शन जे कुछ भी नहीं चेंज ते वी सेड देयर इज नो चेंज इन वेलोसिटी और जे वेलोसिटी दी चेंज जीरो आ ते देन वी सेड एक्सेलरेशन जीरो। ਹੁਣ सेम वर्ड यूनिफॉर्म मोशन वाला जे सर्कुलर मोशन चाहते यानी द बॉडी इज मूविंग ऑन सर्कुलर पाथ बट स्टिल मोशन इज यूनिफॉर्म, तो क्या स्टिल वी से कि देयर इज नो एक्सेलरेशन ऑफ द पार्टिकल? No, sir. सर No. डायरेक्शन चेंज हो रही है। हाँ, ਇਹਦਾ मतलब जो यूनिफॉर्म सर्कुलर मोशन होएगा, यूनिफॉर्म सर्कुलर मोशन ਦੇ ਅੰਦਰ ਸਾਡੇ ਕੋਲ ਜੋ ਮੇਨ ਵਰਡ ਰਹੇਗਾ स्पीड ਹੁਣ ਵੀ कांस्टेंट ਆ, स्पीड ਹੁਣ ਵੀ कांस्टेंट ਆ। ਬॉडी ਇੱਕ ਸਰਕਲ ਚ ਘੁੰਮਦੀ ਪਈ ਪਰ ਕੰਟੀਨਿਊਸਲੀ ਬॉडी ਸਰਕਲ ਦੇ ਵਿੱਚ ਇੱਕ कांस्टेंट स्पीड ਤੇ ਮੂਵ ਕਰ ਰਹੀ, ਯਾਨੀ स्पीड ਦੀ ਚੇਂਜ ਕੋਈ ਨਹੀਂ ਲੈ ਰਹੀ ਬਟ ਡਿਊ ਟੂ ਚੇਂਜ ਇਨ ਡਾਇਰੈਕਸ਼ਨ ਐਟ ਐਵਰੀ ਇਨਸਟੈਂਟ, ਹਰ ਇਨਸਟੈਂਟ ਤੇ ਪਾਰਟੀਕਲ ਦੀ ਡਾਇਰੈਕਸ਼ਨ ਜਿਹੜੀ ਆ ਉਹ ਮੇਰੇ ਕੋਲ ਚੇਂਜ ਹੋ ਰਹੀ, ਤੇ ਜੇ ਹਰ ਇਨਸਟੈਂਟ ਉਹਦੀ ਡਾਇਰੈਕਸ਼ਨ ਚੇਂਜ ਆ ਤੇ ਡਾਇਰੈਕਸ਼ਨ ਦੀ ਚੇਂਜ ਕਰਕੇ ਅਸੀਂ ਮੰਨਦੇ ਪਏ ਵੈਲੋਸਿਟੀ ਚੇਂਜ ਔਰ ਵੈਲੋਸਿਟੀ ਦੀ ਚੇਂਜ ਕਰਕੇ ਅਸੀਂ ਮੰਨਦੇ ਐਕਸਲਰੇਟਿਡ ਮੋਸ਼ਨ। उस मूवमेंट ते जदों स्पीड दी चेंज तो बिना बॉडी दी डायरेक्शन दी चेंज करके बॉडी दी डायरेक्शन दी चेंज करके जो बॉडी च एक्सेलरेशन आ रही है, ठीक है, तो दैट एक्सेलरेटेड मोशन इज कॉल्ड एज द यूनिफॉर्म सर्कुलर मोशन। पर जे मेरे को ऐसा च कहंदा जी सर्कुलर मोशन ते होवे पर नालों नाल पार्टिकल दी स्पीड भी चेंज हुंदी होवे, बॉडी सर्कल च ते मूव करे पर सर्कल च मूव करन लगे ओदी स्पीड भी चेंज हो रही और ਉਹਦੀ डायरेक्शन भी। ਤੇ ਜੇ ਤੁਸੀਂ ਮੇਰੇ ਹੱਥ ਦੀ ਮੋਸ਼ਨ ਧਿਆਨ ਨਾਲ ਨੋਟ ਕਰੋ, ਮੈਂ ਇੱਕ ਵਾਰੀ ਇਹਨੂੰ ਹੌਰੀਜ਼ੌਂਟਲ ਪਾਥ ਤੇ ਬਾਡੀ ਨੂੰ ਘੁਮਾਇਆ ਔਰ ਇੱਕ ਵਾਰੀ ਮੈਂ ਵਰਟੀਕਲ ਪਾਥ ਤੇ ਘੁਮਾਇਆ। ਤੁਹਾਡਾ ਪੱਖਾ ਘੁੰਮਦਾ ਪਿਆ ਹੌਰੀਜ਼ੌਂਟਲ ਸਰਕਲ ਦੇ ਅੰਦਰ, ਸਾਈਕਲ ਦਾ ਟਾਇਰ ਘੁੰਮਦਾ ਪਿਆ ਵਰਟੀਕਲ ਸਰਕਲ ਦੇ ਅੰਦਰ, ਤੇ ਜੇ ਇਹ ਦੋਨੋਂ ਟਾਈਪ ਦੀ ਸਰਕੂਲਰ ਮੋਸ਼ਨ ਲਵਾਂ ਤੇ ਦੋਨੋਂ ਟਾਈਪ ਦੀ ਸਰਕੂਲਰ ਮੋਸ਼ਨ ਯੂਨੀਫਾਰਮ ਸਰਕੂਲਰ ਮੋਸ਼ਨ ਨਹੀਂ ਹੈਗੀਆਂ। ਜਿਹੜਾ ਹੌਰੀਜ਼ੌਂਟਲ ਪਾਥ ਆ ਮੇਰੇ ਕੋਲ, ठीक है, पखा जरा सी मानते हुए घूमता पे हॉरिजॉन्टल ते बॉडी घूम रही है ते वो यूनिफॉर्म सर्कुलर मोशन ट्रीट होएगी। पर जे मैं एक स्टोन नु थ्रेड ना बन के वर्टिकल सर्कल च घुमाना वा ते वर्टिकल सर्कल च स्टोन नु घुमान लगे हर इंस्टेंट ते डायरेक्शन ता चेंज हैगी आ पर हर इंस्टेंट ते ओदी स्पीड भी चेंज, ते जे ओदी स्पीड भी चेंज है तो फिर देन दैट सर्कुलर मोशन इज टू बी कॉल्ड एज अ नॉन यूनिफॉर्म सर्कुलर मोशन। इसलिए सर्कुलर सर हॉरिजॉन्टल क्यों नहीं है के तो हॉरिजॉन्टल क्यों नहीं है सर? हॉरिजॉन्टल सर हॉरिजॉन्टल क्यों नहीं है? ਉਹਦੀ ਵੀ ਪੋਜੀਸ਼ਨ ਚੇਂਜ ਹੋ ਰਹੀ ਤੇ ਵੈਲੋਸਿਟੀ ਸਪੀਡ ਕਾਂਸਟੈਂਟ ਮੇਨਟੇਨ ਕੀਤੀ ਹੋਈ ਆ। ਜੇ ਉਹਦੀ ਹੌਰੀਜ਼ੌਂਟਲ ਸਰਕਲ ਦੇ ਅੰਦਰ ਸਪੀਡ ਬਦਲਾਂਗੇ ਤੇ ਫਿਰ ਉਹ ਨਾਨ ਯੂਨੀਫਾਰਮ ਸਰਕੂਲਰ ਹੀ ਆਏਗੀ। ਜਦੋਂ ਤੱਕ ਅਸੀਂ ਹੌਰੀਜ਼ੌਂਟਲ ਦੇ ਅੰਦਰ ਸਪੀਡ ਉਹਦੀ ਕਾਂਸਟੈਂਟ ਰੱਖਦੇ ਪਏ ਯੂਨੀਫਾਰਮ ਸਰਕੂਲਰ ਮੋਸ਼ਨ। ठीक है सर। हाँ जी हाँ जी बोलिया करो ना फिर दसिया करो। सो यही टॉपिक ना ਆਪਾਂ ਕੱਲ ਨੂੰ ਮੇਨ ਆਪਣਾ ਟੌਪਿਕ ਜਿਹੜਾ ਸੈਂਟਰੀਪੀਟਲ ਐਕਸਲਰੇਸ਼ਨ ਵਾਲੀ ਡੈਰੀਵੇਸ਼ਨ ਬਣਨੀ ਆ, ਠੀਕ ਹੈ ਜੀ, ਉਹ ਟੌਪਿਕ ਦੀ ਆਪਾਂ ਡਿਸਕਸ਼ਨ ਕਰਾਂਗੇ। ਠੀਕ ਹੈ ਬੱਚੇ? यस सर। Yes, sir. Okay, sir. यूजी ट्यूशन ਦਾ ਟਾਈਮ ਥੋੜਾ ਵਾ, ਚਲੋ ਰਾਤ ਨੂੰ ਮੈਂ ਜਿਨ੍ਹਾਂ ਦੀ ਐਕਸਟਰਾ ਕਲਾਸ ਲਾਣੀ ਆ, ਠੀਕ ਹੈ ਜੀ, 8:30 ਦੇ ਆਸ-ਪਾਸ ਦਾ ਟਾਈਮ ਹੋਏਗਾ। थैंक यू बेटा।